ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ੍ਰੀ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ, ਧਰੋ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਨਾਮ ਸਮੁੰਦਾ ਚੱਲ ਕਰ ਆਇਓ, ਸ਼੍ਰੀ ਅਰਜਨ ਕੋ ਸੀਸ ਨਿਵਾਇਓ। ਬੈਠ ਨਿਕਟ ਮੁਖ ਬਾਖ ਬਖਾਨੇ, ਗੁਰੂ ਗਰੀਬ ਨਿਵਾਜ ਸੁਜਾਨੇ। ਨਾਮ ਸਮੁੰਦਾ ਇੱਕ ਚੱਲ ਆਇਓ। ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ, ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਉਚਾਰਨ ਕਰੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਨੇ ਮਿਹਰ ਕੀਤੀ, ਬਖਸ਼ਿਸ਼ ਕੀਤੀ ਹੈ ਆਪਾਂ ਨੂੰ ਆਪਣੀ ਹਾਜ਼ਰੀ ਵਿੱਚ ਜੁੜ ਕੇ ਬੈਠਣ ਦਾ, ਕਥਾ ਸੁਣਨ ਦਾ, ਗੁਰੂ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਮੇਂ ਨੂੰ ਮੁੱਖ ਰੱਖਦਿਆਂ ਹੋਇਆਂ ਲੋਕਡਾਊਨ ਦੇ ਕਰਕੇ ਕਥਾ ਦਾ ਜੋ ਸਮਾਂ ਹੈ ਉਹ ਥੋੜ੍ਹਾ ਜਿਹਾ ਪਹਿਲਾਂ ਆਰੰਭ ਕਰ ਦਿੱਤਾ ਗਿਆ ਹੈ। ਸੰਗਤਾਂ ਨੂੰ ਬੇਨਤੀ ਹੈ, ਆਪ ਜੀ ਨੇ ਪਹੁੰਚ ਕੇ ਬੈਠ ਕੇ ਲਾਹਾ ਪ੍ਰਾਪਤ ਕਰਨਾ ਹੈ। ਆਓ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਅਦਬ ਸਤਿਕਾਰ ਸਹਿਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਲਾ ਤੇ ਕ੍ਰਿਸ਼ਨਾ ਇਹ ਦੋ ਵਿਦਵਾਨ ਪੰਡਤ ਹਨ, ਕਥਾ ਕਰਦੇ ਨੇ। ਜਦੋਂ ਕਥਾ ਕਰਦੇ ਹੈ
ਦੁਨੀਆ ਦਾ ਮਨ ਜਿਹੜਾ ਉਹ ਕੀਲ ਲੈਂਦੇ ਨੇ। ਲੋਕ ਇਹਨਾਂ ਦੀ ਕਥਾ ਸੁਣ ਕੇ ਬਹੁਤ ਖੁਸ਼ ਹੁੰਦੇ ਆ, ਪਰ ਵਿਚਰਦਿਆਂ ਭਾਈ ਬਾਲਾ ਜੀ ਤੇ ਭਾਈ ਕ੍ਰਿਸ਼ਨਾ ਜੀ ਨੇ ਸਤਿਗੁਰੂ ਜੀ ਦੇ ਸਿੱਖਾਂ ਦੇ ਦਰਸ਼ਨ ਕੀਤੇ ਜੀ। ਗੁਰਸਿੱਖਾਂ ਦੇ ਮਨਾਂ ਵਿੱਚ ਸ਼ਾਂਤੀ ਹੈ, ਗੁਰਸਿੱਖਾਂ ਦੇ ਮਨਾਂ ਵਿੱਚ ਟਿਕਾਓ ਹੈ, ਗੁਰਸਿੱਖਾਂ ਦੇ ਅੰਦਰ ਸੱਤ ਹੈ, ਗੁਰਸਿੱਖਾਂ ਦੇ ਅੰਦਰ ਸੰਤੋਖ ਹੈ, ਗੁਰਸਿੱਖਾਂ ਅੰਦਰ ਕ੍ਰੋਧ ਨਹੀਂ ਹੈ। ਸ਼ੁਭ ਗੁਣਾਂ ਦੇ ਨਾਲ ਗੁਰਸਿੱਖਾਂ ਦਾ ਜੀਵਨ ਭਰਿਆ ਪਿਆ ਹੈ। ਜਦੋਂ ਬਾਲਾ ਤੇ ਕ੍ਰਿਸ਼ਨਾ ਜੀ ਨੇ ਦੇਖਿਆ, ਉਹਨਾਂ ਨੂੰ ਮਹਿਸੂਸ ਹੋਇਆ ਇਹ ਗੱਲਾਂ ਸਾਡੇ ਅੰਦਰ ਹੋਣੀਆਂ ਚਾਹੀਦੀਆਂ ਸੀਗੀਆਂ। ਅਸੀਂ ਲੋਕਾਂ ਨੂੰ ਕਥਾ ਕਰਕੇ ਸੁਣਾਉਂਦੇ ਹਾਂ, ਪਰ ਇਹ ਗੱਲਾਂ ਤੇ ਸਿੱਖਾਂ ਦੇ ਮਨਾਂ ਵਿੱਚ ਹੈਗੀਆਂ ਨੇ। ਇੱਕ ਗੁਰਸਿੱਖ ਨੂੰ ਪੁੱਛਿਆ, ਤੁਹਾਡਾ ਗੁਰੂ ਕੌਣ ਹੈ? ਉਸ ਗੁਰਸਿੱਖ ਨੇ ਦੱਸਿਆ, ਸਾਡੇ ਗੁਰੂ ਇਸ ਸਮੇਂ ਧਰਤੀ ਉੱਤੇ ਆਪ ਰੱਬ ਨੇ ਹੀ ਸਰੀਰ ਧਾਰਨ ਕੀਤਾ ਹੈ, ਉਹਨਾਂ ਦਾ ਨਾਮ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਬਾਲਾ ਤੇ ਕ੍ਰਿਸ਼ਨਾ ਨੇ ਮਨ ਵਿੱਚ ਵਿਚਾਰ ਬਣਾਈ, ਇੰਨੇ ਸਮਰੱਥ ਗੁਰੂ ਜੀ ਨੂੰ ਸਾਨੂੰ ਵੀ, ਇੰਨੇ ਸਮਰੱਥ ਗੁਰੂ ਜੀ ਦੇ ਸਾਨੂੰ ਵੀ ਦਰਸ਼ਨ ਕਰਨੇ ਚਾਹੀਦੇ ਆ। ਝਿੰਗਰਣ ਗੋਤ ਦੇ ਸਨ ਜੀ, ਆਏ ਅੰਮ੍ਰਿਤਸਰ ਆਏ, ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਹਿਰਦੇ ਵਿੱਚ ਸ਼ਾਂਤੀ ਛਾ ਗਈ ਜੀ। ਕਾਰਨ ਮੈਂ ਬੜੀ ਵਾਰੀ ਬੇਨਤੀ ਕੀਤੀ ਹੈ, ਨਾਮ ਜਪਣ ਵਾਲੇ ਦਾ ਪ੍ਰਤਾਪ ਇੰਨਾ ਹੁੰਦਾ ਹੈ, ਉਹਨੂੰ ਵੇਖਦਿਆਂ ਸਾਰ ਮਨ ਵਿੱਚ ਠੰਡ ਪੈਣ ਲੱਗ ਪੈਂਦੀ ਹੈ। ਬਾਲਾ ਤੇ ਕ੍ਰਿਸ਼ਨਾ ਨੂੰ ਮੌਕਾ ਮਿਲਿਆ ਗੁਰੂ ਜੀ ਨਾਲ ਗੱਲ ਕਰਨ ਦਾ। ਕਹਿੰਦੇ, ਮਹਾਰਾਜ ਅਸੀਂ ਵਿਦਵਾਨ ਹਾਂ, ਪੰਡਿਤ ਹਾਂ, ਕਥਾ ਕਰਦੇ ਹਾਂ, ਲੋਕ ਬਹੁਤ ਖੁਸ਼ ਹੁੰਦੇ ਆ, ਪਰ ਸੱਚ ਇਹ ਹੈ ਸਾਡਾ ਮਨ ਵਿੱਚ ਅਜੇ ਵੀ ਕਦੀ ਸ਼ਾਂਤੀ ਦਾ ਰਸ ਕੀ ਹੁੰਦਾ, ਸਾਡੇ ਮਨ ਨੇ ਇਹ ਮਹਿਸੂਸ ਨਹੀਂ ਕੀਤਾ। ਗੁਰੂ ਸਾਹਿਬ ਨੇ ਉਹਨਾਂ ਦੇ ਸ਼ੀਸ਼ਾ ਹੀ ਸਾਹਮਣੇ ਰੱਖ ਦਿੱਤਾ, ਜੋ ਉਹਨਾਂ ਦਾ ਮਨ ਸੀਗਾ ਸਤਿਗੁਰੂ ਜੀ ਨੇ ਉਹਨਾਂ ਨੂੰ ਖੋਲ੍ਹ ਕੇ ਗੱਲ ਦੱਸੀ ਜੀ। ਮਹਾਰਾਜ ਨੇ ਉਹਨਾਂ ਨੂੰ ਦੱਸਿਆ, ਭਾਈ ਇਹਦੇ ਵਿੱਚ ਕੋਈ ਸ਼ੱਕ ਨਹੀਂ, ਤੁਸੀਂ ਵਿਦਵਾਨ ਹੋ, ਤੁਸੀਂ ਪੰਡਤ ਹੋ, ਪਰ ਜਦੋਂ ਤੁਸੀਂ ਵਿੱਦਿਆ ਪੜ੍ਹ ਰਹੇ ਸੀ ਨਾ, ਉਦੋਂ ਤੁਹਾਡੇ ਮਨ ਵਿੱਚ ਮੁੱਖ ਜਿਹੜਾ ਸੀਗਾ ਨਾ ਕੰਮ, ਉਹ ਅਸੀਂ ਵਿੱਦਿਆ ਪੜ੍ਹਾਂਗੇ, ਕਥਾ ਕਰਿਆ ਕਰਾਂਗੇ, ਪੈਸਾ ਕਮਾਇਆ ਕਰਾਂਗੇ। ਪੈਸੇ ਕਮਾਉਣ ਲਈ ਤੁਸੀਂ ਵਿੱਦਿਆ ਪੜ੍ਹੀ ਹੈ, ਸਾਰੀ ਦੀ ਸਾਰੀ ਵਿੱਦਿਆ ਮਨ ਦੀ ਸ਼ਾਂਤੀ ਵਾਸਤੇ ਹੈ। ਮਹਾਰਾਜ ਕਹਿਣ ਲੱਗੇ, ਹੁਣ ਦੁਬਾਰਾ ਸਾਰੀ ਵਿੱਦਿਆ ਜਿਹੜੀ ਉਹ ਵਿਚਾਰੋ, ਮਨ ਵਿੱਚ ਸ਼ਾਂਤੀ ਆਏਗੀ। 1 ਮਹੀਨੇ ਬਾਅਦ ਆ ਕੇ ਸਾਨੂੰ ਹਾਲ ਦੱਸਿਆ ਕਰੋ। ਬਚਨ ਤੇ ਉਹਨਾਂ ਨੂੰ ਵੀ ਪਤਾ ਹੀ ਸਨ ਸਾਰੇ, ਪਰ ਜਦੋਂ ਗੁਰੂ ਅਰਜਨ ਦੇਵ ਜੀ ਦੇ ਮੁਖੋਂ ਇਹ ਬਚਨ ਸੁਣੇ ਨਾ, ਉਹਨਾਂ ਦਾ ਮਨ ਮੰਨ ਗਿਆ ਜੀ ਇਹ ਗੱਲ ਵਾਸਤੇ, ਵੀ ਅਸੀਂ ਵਾਕਈ ਪੈਸੇ ਵਾਸਤੇ ਹੀ ਸਭ ਕੁਝ ਕੀਤਾ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਅੱਜ ਧਾਰਮਿਕ ਬੰਦੇ ਬਹੁਤ ਸਾਰੇ ਪੈਸੇ ਵਾਸਤੇ ਕੀਰਤਨ ਸਿੱਖ ਰਹੇ ਹੈ, ਪੈਸੇ ਵਾਸਤੇ ਕਥਾ ਸੁਣ ਰਹੇ ਹੈ, ਸਿੱਖ ਰਹੇ ਹੈ, ਪੈਸੇ ਵਾਸਤੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਸਿੱਖ ਰਹੇ ਹੈ, ਬਲਕਿ ਇਹ ਕੁਝ ਸਾਰਾ ਹੈ ਮਨ ਦੀ ਸ਼ਾਂਤੀ ਵਾਸਤੇ, ਮਨ ਦੀ ਪਵਿੱਤਰਤਾ ਵਾਸਤੇ ਜੀ। ਗੱਜ ਕੇ ਆਖੋ ਵਾਹਿਗੁਰੂ। ਉਹ ਫਿਰ ਇਸੇ ਤਰ੍ਹਾਂ ਕਰਨ ਲੱਗ ਪਏ। ਉਹਨਾਂ ਦਾ ਫਿਰ ਰਿਜ਼ਲਟ ਕੀ ਹੋਇਆ? ਪਰਮੇਸ਼ਰ ਦੇ ਨਾਮ ਨਾਲ ਉਹਨਾਂ ਦੋਵਾਂ ਦਾ ਪਿਆਰ ਲੱਗ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਬਸ ਪਿਆਰ ਬਣ ਜੇ ਵਾਹਿਗੁਰੂ ਦੇ ਨਾਮ ਦੇ ਨਾਲ। ਜਿਹਦਾ ਵਾਹਿਗੁਰੂ ਦੇ ਨਾਮ ਨਾਲ ਪਿਆਰ ਬਣ ਗਿਆ, ਉਹਨੂੰ ਸਭ ਕੁਝ ਮਿਲ ਗਿਆ। ਸਾਧ ਸੰਗਤ ਜੀ, ਗੁਰਬਾਣੀ ਵਿੱਚ ਕਿੰਨੀ ਥਾਂ ਤੇ ਨਾਮ ਰੰਗ ਸ਼ਬਦ ਆਉਂਦਾ। ਜਿੱਥੇ ਰੰਗ ਸ਼ਬਦ ਆਉਂਦਾ ਉੱਥੇ ਅਰਥ ਹੈ ਪ੍ਰੇਮ ਜੀ। ਸੋ ਮਹਾਰਾਜ ਕਿਰਪਾ ਕਰਨ, ਸਾਡਾ ਜਿਹੜਾ ਮਨ ਹੈ ਇਹ ਵੀ ਨਾਮ ਦੇ ਨਾਲ ਪ੍ਰੇਮ ਪਵੇ ਸਾਡੇ ਮਨ ਦਾ। ਹੁਣ ਅੱਗੋਂ ਕਥਾ ਵਿੱਚ ਸੁਰਤੀਆਂ ਜੋੜੀਏ ਪਿਆਰ ਨਾਲ। ਗੱਜ ਕੇ ਸਾਰੀ ਸੰਗਤ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਨਾਮ ਸਮੁੰਦਾ ਇੱਕ ਚੱਲ ਆਇਓ। ਜਿਵੇਂ ਤੁਸੀਂ ਸੁਣਿਆ ਨਾ, ਬਾਲਾ ਤੇ ਕ੍ਰਿਸ਼ਨਾ ਜੀ ਸਤਿਗੁਰੂ ਜੀ ਦੇ ਕੋਲ ਆਏ ਜੀ। ਇਸੇ ਤਰ੍ਹਾਂ
ਇੱਕ ਹੋਰ ਗੁਰਸਿੱਖ ਮਹਾਰਾਜ ਜੀ ਦੇ ਕੋਲ ਆਇਆ, ਜਿਸ ਦਾ ਨਾਮ ਹੈ ਭਾਈ ਸਮੁੰਦਾ ਜੀ। ਹਾਂਜੀ, ਸ਼੍ਰੀ ਅਰਜਨ ਕੋ ਸੀਸ ਨਿਵਾਇਓ। ਭਾਈ ਸਮੁੰਦਾ ਜੀ ਨੇਮ ਵਾਲੇ ਨੇ, ਪ੍ਰੇਮ ਵਾਲੇ ਹੈ, ਇਸ ਰਸਤੇ ਤੇ ਤੁਰਨ ਵਾਲੇ ਹੈ। ਜਦੋਂ ਭਾਈ ਸਮੁੰਦਾ ਜੀ ਮਹਾਰਾਜ ਜੀ ਦੇ ਕੋਲ ਆਏ, ਹੱਥ ਜੋੜ ਕੇ ਸਿਰ ਨਿਵਾਇਆ। ਬੈਠ ਨਿਕਟ ਮੁਖ ਬਾਕ ਬਖਾਨੇ। ਤੇ ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਬੜੇ ਸਿੱਖ ਆਉਂਦੇ ਆ, ਕਿਸੇ ਕਿਸੇ ਨੂੰ ਗੱਲ ਕਰਨ ਦਾ ਮੌਕਾ ਮਿਲ ਜਾਂਦਾ ਸੀਗਾ ਜੀ। ਮਹਾਰਾਜ ਜੀ ਬੈਠੇ ਆ, ਭਾਈ ਸਮੁੰਦਾ ਜੀ ਕੋਲ ਬੈਠ ਕੇ ਗੱਲ ਕਰਨ ਲੱਗੇ ਜੀ। ਹਾਂਜੀ, ਗੁਰੂ ਗਰੀਬ ਨਿਵਾਜ ਸਜਾਨੇ। ਹੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ। ਸਨਮੁਖ ਬੇਮੁਖ ਕਹੀਏ ਕੌਣ। ਮਹਾਰਾਜ ਅਸੀਂ ਗੁਰਸਿੱਖਾਂ ਮੁਖੋਂ ਸੁਣਦੇ ਆ, ਕਥਾ ਵੀ ਹੁੰਦੀ ਸੀਗੀ ਮਹਾਰਾਜ, ਅਸੀਂ ਕਥਾ ਵਿੱਚੋਂ ਵੀ ਸੁਣਦੇ ਆ। ਕੀ ਸੁਣਦੇ ਆ? ਸਨਮੁਖ ਦਾ ਤੇ ਬੇਮੁਖ ਦਾ ਬੜਾ ਜ਼ਿਕਰ ਆਉਂਦਾ ਹੈ। ਗੱਜ ਕੇ ਆਖੋ ਵਾਹਿਗੁਰੂ। ਆਨੰਦ ਸਾਹਿਬ ਵਿੱਚ ਵੀ ਗੁਰਸਿੱਖ ਪੜ੍ਹਦੇ ਆ, ਭਾਈ ਸਮੁੰਦਾ ਜੀ ਵੀ ਪੜ੍ਹਦੇ ਸਨ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਸਨਮੁਖ ਦਾ ਜ਼ਿਕਰ ਆਉਂਦਾ। ਤੇ ਜੇ ਕੋ ਗੁਰ ਤੇ ਬੇਮੁਖ ਹੋਵੇ, ਬੇਮੁਖ ਦਾ ਵੀ ਜ਼ਿਕਰ ਆਉਂਦਾ। ਭਾਈ ਸਮੁੰਦਾ ਜੀ ਮਹਾਰਾਜ ਨੂੰ ਪੁੱਛਣ ਲੱਗੇ, ਸੱਚੇ ਪਾਤਸ਼ਾਹ ਸਨਮੁਖ ਤੇ ਬੇਮੁਖ ਕਹਿੰਦੇ ਕਿੰਨਾਂ ਨੂੰ ਨੇ ਮਹਾਰਾਜ? ਹਾਂਜੀ, ਆਪ ਬਖਾਨੋ ਲੱਛਣ ਦਾਨ। ਕਿਉਂ ਗੁਰਬਾਣੀ 'ਚ ਸਨਮੁਖ ਦਾ ਵੀ ਜ਼ਿਕਰ ਬੜਾ ਆਇਆ, ਗੁਰਬਾਣੀ 'ਚ ਬੇਮੁਖ ਦਾ ਵੀ ਜ਼ਿਕਰ ਆਇਆ। ਬੇਮੁਖ ਨੂੰ ਵੀ ਮਨਮੁਖ ਕਹਿ ਲੈਂਦੇ ਆ। ਮਹਾਰਾਜ ਕਿਰਪਾ ਕਰਕੇ ਲੱਛਣ ਦੱਸੋ। ਜਿਸ ਤੇ ਮੈਂ ਜਾਨੋ ਮਨ ਮਾਹੀ। ਮਹਾਰਾਜ ਫਿਰ ਮੈਨੂੰ ਵੀ ਪਤਾ ਲੱਗੇ, ਮੈਂ ਵੀ ਆਪਣੇ ਮਨ ਵਿੱਚ ਜਾਣਾ। ਚੇਤਾ ਰੱਖਿਓ, ਭਾਈ ਸਮੁੰਦਾ ਜੀ ਬੜੇ ਸਿਆਣੇ ਨੇ। ਸਿੱਖ ਬਾਣੀ ਸੁਣਨ, ਬਾਣੀ ਸੁਣਦਿਆਂ ਸੁਣਦਿਆਂ ਮਨ 'ਚ ਵਿਚਾਰ ਕਰੀ ਜਾਣ ਜੀ। ਕੱਲਾ ਫਿਰ ਸੁਣਦਿਆਂ ਸਮੇਂ ਨਹੀਂ, ਸਾਰੀ ਦਿਹਾੜੀ ਵਿਚਾਰ 'ਚ ਲੱਗੇ ਰਹਿਣ ਵੀ ਮੈਂ ਸਨਮੁਖ ਹੈਗਾ ਜਾਂ ਬੇਮੁਖ ਹੈਗਾ। ਮਹਾਰਾਜ ਕਿਰਪਾ ਕਰਕੇ ਦੱਸੋ। ਹਾਂਜੀ, ਸਨਮੁਖ ਬਨੋ ਬੇਮੁਖ ਹੋਏ ਨਾਹੀ। ਸੱਚੇ ਪਾਤਸ਼ਾਹ ਮੈਂ ਸਨਮੁਖ ਬਣ ਸਕਾਂ, ਮੈਂ ਬੇਮੁਖ ਨਾ ਬਣਾ। ਮਹਾਰਾਜ ਕਿਰਪਾ ਕਰਕੇ ਦੱਸੋ। ਸੁਨ ਗੁਰ ਕਹਿਓ ਹੋਤ ਵੱਡ ਸ਼ਾਹੂ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਫਿਰ ਆਖੋ ਵਾਹਿਗੁਰੂ। ਮਹਾਰਾਜ ਨੇ ਫਿਰ ਸਮਝਾਉਣ ਦਾ ਤਰੀਕਾ ਸੁਣਿਓ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਇੱਕ ਵੱਡਾ ਸ਼ਾਹੂਕਾਰ ਹੋਵੇ। ਕਹਿਣ ਲੱਗੇ ਵੱਡਾ ਸ਼ਾਹੂਕਾਰ ਹੁੰਦਾ, ਹਾਂਜੀ, ਕਾਰਜ ਕਰਨ ਪਠਾਵੈ ਕਾਹੂ। ਉਹ ਕਿਸੇ ਵਿਅਕਤੀ ਨੂੰ ਕਿਸੇ ਕੰਮ ਕਰਨ ਲਈ ਭੇਜਦਾ ਹੈ ਜੀ। ਬੜਾ ਅਮੀਰ ਬੰਦਾ, ਇੱਕ ਬੰਦਾ ਉਹਨੇ ਕਿਸੇ ਕੰਮ ਲਈ ਭੇਜਿਆ ਜੀ। ਹਾਂਜੀ, ਬੁੱਧ ਤੇ ਬਲ ਤੇ ਪ੍ਰੇਮ ਲਗਾਏ। ਉਹ ਵਿਅਕਤੀ ਬੁੱਧੀ ਲਾਵੇ, ਆਪਣੇ ਸਰੀਰ ਦੀ ਵੀ ਜਾਨ ਲਾਵੇ। ਇਹ ਕੰਮ ਕਰਨ ਦੇ ਨਾਲ ਨਾਲ ਪ੍ਰੇਮ ਨਾਲ ਵੀ ਉਹਦਾ ਕਿਹਾ ਹੋਇਆ ਕੰਮ ਕਰੇ ਜੀ। ਹਾਂਜੀ, ਜੋ ਕਾਰਜ ਕੋ ਲੇਤ ਬਣਾਏ। ਤੇ ਉਹ ਕੰਮ ਕਰ ਲਵੇ। ਮਹਾਰਾਜ ਕਹਿੰਦੇ ਕਰ ਲਵੇ। ਜਿਹੜਾ ਉਹਨੇ ਸ਼ਾਹੂਕਾਰ ਨੇ ਕੰਮ ਸੌਂਪਿਆ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹ ਕੰਮ ਉਹਨੇ ਕਰ ਲਿਆ ਜੀ। ਹਾਂਜੀ, ਸੋ ਸਨਮੁਖ ਆਵਤ ਚੱਲ ਸ਼ਾਹੂ। ਹਾਂਜੀ, ਨਹੀਂ ਕਰੈ ਬੇਮੁਖ ਲਖ ਤਾਹੂ। ਗੱਜ ਕੇ ਆਖੋ। ਮਹਾਰਾਜ ਕਹਿਣ ਲੱਗੇ, ਭਾਈ ਸਮੁੰਦਾ ਜਦੋਂ ਉਹ ਵਿਅਕਤੀ ਕੰਮ ਕਰਕੇ ਵਾਪਸ ਆਏਗਾ ਨਾ, ਠੀਕ ਠੀਕ ਉਹਨੂੰ ਸਨਮੁਖ ਕਹਿੰਦੇ ਹੀ। ਕਹਿਣ ਲੱਗੇ ਜੇ ਉਹਦੇ ਕੋਲ ਕੰਮ ਨਹੀਂ ਹੋਇਆ, ਉਹ ਬੇਮੁਖ ਹੈ। ਕਹਿਣ ਲੱਗੇ ਹਾਂਜੀ। ਹੁਣ ਇਹਦੇ ਨਾਲ ਵੀ ਗੱਲ ਚੰਗੀ ਤਰ੍ਹਾਂ ਖੁੱਲ੍ਹਦੀ ਨਹੀਂ ਜੀ। ਮਹਾਰਾਜ ਨੂੰ ਪਤਾ ਭਾਈ ਸਮੁੰਦੇ ਦੀ ਅਜੇ ਪੂਰੀ ਤਸੱਲੀ ਨਹੀਂ ਹੋਈ ਜੀ। ਤੇ ਗੁਰੂ ਅਰਜਨ ਦੇਵ ਮਹਾਰਾਜ ਹੋਰ ਖੋਲ ਕੇ ਬਚਨ ਦੱਸਦੇ ਫਿਰ ਜੀ। ਹਾਂਜੀ, ਵਾਹਿਗੁਰੂ ਤਿਮ ਪਠਿਓ ਨਰਨ ਕੋ। ਮਹਾਰਾਜ ਕਹਿਣ ਲੱਗੇ, ਭਾਈ ਸਮੁੰਦਾ ਜਿਵੇਂ ਸ਼ਾਹੂਕਾਰ ਨੇ ਬੰਦਾ ਭੇਜਿਆ ਵੀ ਇਹ ਕੰਮ ਕਰਕੇ ਆ, ਇਸੇ ਤਰ੍ਹਾਂ ਵਾਹਿਗੁਰੂ ਨੇ ਮਨੁੱਖਾਂ ਨੂੰ ਭੇਜਿਆ ਧਰਤੀ ਤੇ। ਕਹਿਣ ਲੱਗੇ ਮਨੁੱਖ ਕੌਣ ਹੈ ਜੀ?
ਅਸੀਂ ਸਾਰੇ ਹੀ ਬੈਠੇ ਹਾਂ ਜੀ। ਹਾਂਜੀ, ਨਾਮ ਦਾਨ ਇਸ਼ਨਾਨ ਕਰਨ ਕੋ। 3 ਕੰਮ ਮੁੱਖ ਨੇ ਜੀ। ਇਸ਼ਨਾਨ ਦਾ ਭਾਵ ਰੱਖਣਾ, ਪਵਿੱਤਰਤਾ ਰੱਖਣੀ, ਤਨ ਤੇ ਮਨ ਦੀ ਪਵਿੱਤਰਤਾ ਰੱਖਣੀ, ਨਾਮ ਜਪਣਾ ਤੇ ਦਾਨ ਕਰਨਾ। 3 ਕੰਮ ਕਰਨ ਲਈ ਵਾਹਿਗੁਰੂ ਨੇ ਸਾਨੂੰ ਭੇਜਿਆ ਜੀ। ਹਾਂਜੀ, ਪਾਸ਼ਲ ਰਾਤ ਨੀਂਦ ਕੋ ਤਿਆਗੇ। ਹੋਣੇ ਕਿਵੇਂ ਹੈ? ਹੁਣ ਉਹ ਸੁਣੋ। ਮਹਾਰਾਜ ਕਹਿਣ ਲੱਗੇ ਪਿਛਲ ਪੈਰ ਸਿੱਖ ਜਾਗੇ, ਮਨੁੱਖ ਜਾਗੇ, ਨੀਂਦ ਤਿਆਗੇ ਜੀ। ਭਾਵ ਅੰਮ੍ਰਿਤ ਵੇਲੇ ਜਾਗੇ। ਅੰਮ੍ਰਿਤ ਵੇਲੇ ਜਿਹਨੂੰ ਬ੍ਰਹਮ ਮੁਹੂਰਤ ਕਹਿੰਦੇ ਆ। ਕਰਹਿ ਸੌਚ ਮੱਜਨ ਅਨੁਰਾਗੇ। ਸੌਚ ਕਰੇ, ਇਸ਼ਨਾਨ ਕਰੇ, ਸੌਚ ਕਰਕੇ ਇਸ਼ਨਾਨ ਕਰੇ। ਇਹ ਸਾਰਾ ਕੰਮ ਬੜੇ ਚਾਅ ਨਾਲ ਕਰੇ, ਬੜੇ ਚਾਅ ਨਾਲ। ਹਾਂਜੀ, ਅੰਮ੍ਰਿਤ ਵੇਲੇ ਨਿਤ ਸਤਨਾਮ। ਤੇ ਫਿਰ ਹਰ ਰੋਜ਼ ਅੰਮ੍ਰਿਤ ਵੇਲੇ ਚੌਂਕੜਾ ਮਾਰ ਕੇ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ। ਹਾਂਜੀ, ਸਿਮਰਹਿ ਪ੍ਰੀਤ ਧਰੈ ਨਿਸ਼ਕਾਮ। ਬਿਨਾਂ ਕਿਸੇ ਕਾਮਨਾ ਦੇ ਪ੍ਰੇਮ ਨਾਲ ਇਹ ਕੰਮ ਕਰੇ ਜੀ। ਹੁਣ ਗੱਲ ਸਾਰੀ ਧਿਆਨ ਨਾਲ ਸੁਣਨ ਵਾਲੀ ਹੈ। ਸਨਮੁਖ ਕੌਣ ਹੈਗਾ ਜੀ? ਹਾਂਜੀ, ਇਸ ਗੱਲ 'ਚ ਅੱਧਿਓਂ ਵੱਧ ਬੰਦੇ ਚੜ ਜਾਣੇ ਜੀ, ਮੇਰੇ ਸਮੇਤ ਜੀ। ਅੰਮ੍ਰਿਤ ਵੇਲੇ ਜਾਗੇ, ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰੇ ਪ੍ਰੇਮ ਨਾਲ, ਬਿਨਾਂ ਮਨ 'ਚ ਕੋਈ ਮੰਗ ਰੱਖੇ ਵਾਹਿਗੁਰੂ ਦਾ ਨਾਮ ਜਪੇ ਜੀ। ਹਾਂਜੀ, ਗੁਰਬਾਣੀ ਪਠ ਹਿਰਦੈ ਵਿਚਾਰੇ। ਫਿਰ ਮਹਾਰਾਜ ਕਹਿੰਦੇ ਗੁਰਬਾਣੀ ਦਾ ਪਾਠ ਕਰੇ। ਤੇ ਚੇਤਾ ਰੱਖਿਓ, ਕੱਲ ਵੀ ਬਚਨ ਆਇਆ ਸੀ ਤੇ ਅੱਜ ਵੀ ਆਇਆ। ਮਹਾਰਾਜ ਕਹਿੰਦੇ ਗੁਰਬਾਣੀ ਨੂੰ ਪੜ੍ਹ ਕੇ ਹਿਰਦੇ 'ਚ ਵਿਚਾਰ ਵੀ ਕਰੇ ਉਹਦੀ ਜੀ। ਹਾਂਜੀ, ਉਹਦੇ ਵਿਚਾਰ ਜ਼ਰੂਰੀ ਹੈ। ਵਿਚਾਰ ਮਹਾਰਾਜ ਜੀ ਦੀ ਬਾਣੀ ਕੀ ਕਹਿ ਰਹੀ ਹੈ, ਸਾਰੀ ਦਿਹਾੜੀ ਵਿਚਾਰ ਕਰਦਾ ਰਹੇ ਸਿੱਖ ਜੀ। ਹਾਂਜੀ, ਤਰਨ ਹਿਰਦੇ ਨਿਜ ਕਾਜ ਸੰਭਾਰੈ। ਸੂਰਜ ਚੜ੍ਹੇ ਆਪਣੇ ਕੰਮ ਕਾਰ ਵੀ ਕਰੇ। ਮਹਾਰਾਜ ਕਹਿਣ ਲੱਗੇ ਇਹ ਨਹੀਂ ਵੀ ਨਾਮ ਜਪੇ ਤੇ ਕੰਮ ਨਾ ਕਰੇ, ਕੰਮ ਕਾਰ ਵੀ ਕਰੇ। ਹਾਂਜੀ, ਮੁਖ ਮੈਂ ਕਿਧੋਂ ਹਿਰਦੈ ਸਤਨਾਮੂ। ਵਾਹ ਜੀ ਵਾਹ, ਕਮਾਲ ਕਰ ਦਿੱਤੀ ਮਹਾਰਾਜ ਨੇ। ਥੋੜੇ ਸ਼ਬਦਾਂ ਵਿੱਚ ਸਨਮੁਖ ਦੀ ਵੱਡੀ ਗੱਲ ਸਮਝਾ ਦਿੱਤੀ ਜੀ। ਮੁਖ ਵਿੱਚ ਨਾਮ ਹੋਵੇ, ਹਿਰਦੇ ਵਿੱਚ ਪਰਮੇਸ਼ਰ ਦਾ ਧਿਆਨ ਹੋਵੇ। ਕਹਿਣ ਲੱਗੇ ਬਾਬਾ ਦਇਆ ਸਿੰਘ ਜੀ ਬੈਠੇ ਜੀ, ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇ। ਉਹਨਾਂ ਨੂੰ ਨਾ ਪ੍ਰੇਮੀ ਆਏ, ਕਹਿੰਦੇ ਬਾਬਾ ਜੀ ਕਥਾ ਕਹਾਣੀਆਂ ਬੜੀਆਂ ਸੁਣਦੇ, ਸਮਝ ਨਹੀਂ ਆਉਂਦੀ। ਕਿਉਂ? ਕਹਿੰਦੇ ਗਿਆਨੀ ਬੜੀ ਲੰਬੀ ਕਥਾ ਕਰਦੇ ਤੇ ਬਾਬਾ ਜੀ ਗੁਰਮਤ ਦਾ ਬੜਾ ਜ਼ਿਕਰ ਕਰਦੇ। ਗੁਰਮਤ ਕੀ ਹੁੰਦੀ ਦੱਸ ਦਿਓ। ਤੇ ਬਾਬਾ ਜੀ ਲੰਬੀ ਗੱਲ ਨਹੀਂ ਸਾਨੂੰ ਚੇਤੇ ਰਹਿਣੀ। ਗੱਲ ਵੀ ਸੱਚੀ ਉਹਨਾਂ ਦੀ। ਥੋੜੇ ਸ਼ਬਦਾਂ 'ਚ ਬਹੁਤੀ ਗੱਲ ਦੱਸ ਦਿਓ। ਗੁਰਮਤ ਕਿਹਨੂੰ ਕਹਿੰਦੇ ਆ? ਹੁਣ ਗਿਆਨੀ ਤੇ ਗੁਰਮਤ ਦੀ ਕਥਾ ਕਰਨ ਲੱਗੇ ਤੇ ਬਹੁਤ ਕੁਝ ਤੁਹਾਨੂੰ ਗਿਣਾਵੇਂ ਜੀ। ਬਾਬਾ ਜੀ ਕਹਿੰਦੇ ਪਿਆਰਿਆ 3 ਗੱਲਾਂ ਦਾ ਨਾਮ ਗੁਰਮਤੀ। ਕਿਹੜੀਆਂ? ਕਹਿੰਦੇ ਮੁਖ 'ਚ ਵਾਹਿਗੁਰੂ ਦਾ ਨਾਮ ਹੋਣਾ। ਆਖੋ ਵਾਹਿਗੁਰੂ। ਫਿਰ ਆਖ ਦਿਓ ਵਾਹਿਗੁਰੂ। ਮੁਖ 'ਚ ਇੱਥੇ ਵਾਹਿਗੁਰੂ ਦਾ ਨਾਮ ਹੋਵੇ, ਹਿਰਦੇ 'ਚ ਧਿਆਨ ਹੋਵੇ। ਕਹਿਣ ਲੱਗੇ ਇੱਥੇ ਧਿਆਨ ਹੋਵੇ ਪਰਮੇਸ਼ਰ ਦਾ, ਬਾਣੀ ਦਾ, ਤੇ ਮੋਹ ਰਹਿਤ ਜੀਵਨ ਹੋਵੇ। ਕਿਸੇ ਚੀਜ਼ ਦਾ ਲਾਲਚ ਨਾ ਕਰੇ। ਇਹੋ ਹੀ ਗੁਰਮਤਿ ਹੈ। ਕੀ ਹੈ? ਜਿਹੜਾ ਇਹ 3 ਗੱਲਾਂ ਮੰਨ ਲੇਗਾ ਉਹ ਗੁਰਮਤੀਆ ਹੋ ਜਾਏਗਾ ਜੀ। ਉਹ ਬੰਦੇ ਬੜੇ ਖੁਸ਼ ਹੋਏ, ਕਹਿੰਦੇ ਬਾਬਾ ਜੀ ਸਾਨੂੰ ਤੇ ਲੰਬੀ ਕਥਾ ਸੁਣ ਕੇ ਨਹੀਂ ਚੇਤੀ ਰਹਿੰਦੀ, ਤੁਸੀਂ ਤੇ ਥੋੜੀ ਗੱਲ 'ਚ ਬਹੁਤੀ ਗੱਲ ਦੱਸ ਦਿੱਤੀ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਭਾਈ ਸਮੁੰਦੇ ਨੂੰ ਬਹੁਤ ਥੋੜੇ ਸ਼ਬਦਾਂ 'ਚ ਵੱਡੀ ਗੱਲ ਸਮਝਾ ਰਹੇ ਆ। ਮਹਾਰਾਜ ਕਹਿਣ ਲੱਗੇ ਮੁਖ ਮਹਿ ਕਿਦੋਂ ਹਿਰਦੇ ਸਤਨਾਮ। ਮੁਖ ਵਿੱਚ ਜਾਂ ਹਿਰਦੇ 'ਚ ਸਤਨਾਮ ਹੀ ਰਵੇ। ਕਹਿਣ ਲੱਗੇ ਮੂੰਹੋਂ ਨਾ ਜਪ ਸਕੇ, ਹਿਰਦੇ 'ਚ ਜਪਦਾ ਰਵੇ। ਹਿਰਦੇ ਵਿੱਚ ਜਪਣ ਦਾ ਬੜਾ ਲਾਭ ਹੈ।
ਮੂੰਹ ਨਾਲ ਗੁਰਮੰਤਰ ਮੂਲ ਮੰਤਰ ਜਪਣਾ ਫਾਇਦਾ ਹੈ। ਜੀਭ ਨਾ ਹਿੱਲੇ ਤੇ ਗਲਾ ਚੱਲੇ ਜੀ, ਅੰਦਰ ਅੰਦਰ ਜਪੀਏ 100 ਗੁਣਾ ਫਾਇਦਾ। ਜੀਭ ਵੀ ਨਾ ਹਿੱਲੇ, ਗਲਾ ਵੀ ਨਾ ਹਿੱਲੇ, ਹਿਰਦਾ ਹੀ ਹਿੱਲੇ, ਭਾਵ ਹਿਰਦੇ 'ਚ ਨਾਮ ਚੱਲੇ, 1000 ਗੁਣਾ ਫਾਇਦਾ ਹੈ ਜੀ। ਮਹਾਰਾਜ ਕਹਿੰਦੇ ਜੇ ਮੁਖ 'ਚ ਜਪਿਆ ਜਾਵੇ ਵਧੀਆ ਗੱਲ ਹੈ, ਹਿਰਦੇ 'ਚ ਚੱਲਦਾ ਰਵੇ। ਮਹਾਰਾਜ ਕਹਿੰਦੇ ਹਾਂਜੀ, ਸਦਾ ਸੰਭਾਰੈ ਕਰਤੇ ਕਾਮੂ। ਸਿੱਖ ਅੰਮ੍ਰਿਤ ਵੇਲੇ ਤੋਂ ਨਾਮ ਜਪਣਾ ਸ਼ੁਰੂ ਹੋ ਜੇ, ਸਾਰੇ ਕੰਮ ਕਰਦਿਆਂ ਨਾਮ 'ਚ ਹੀ ਧਿਆਨ ਰੱਖੇ। ਕਹਿਣ ਲੱਗੇ ਹਾਂਜੀ, ਜਿਨਹੁ ਨਾ ਮਨ ਤੇ ਪ੍ਰਭੂ ਵਿਸਾਰਿਓ। ਜਿਨ੍ਹਾਂ ਨੇ ਆਪਣੇ ਮਨ ਤੋਂ ਕਦੀ ਵਾਹਿਗੁਰੂ ਦਾ ਚੇਤਾ ਨਹੀਂ ਭੁਲਾਇਆ। ਮਹਾਰਾਜ ਕਹਿਣ ਲੱਗੇ ਕਦੀ ਵੀ ਨਹੀਂ ਭੁਲਾਇਆ। ਹਾਂਜੀ, ਸਤ ਸੰਗਤ ਮਿਲਬੇ ਹਿਤ ਧਾਰਿਓ। ਤੇ ਸਤ ਸੰਗਤ ਨੂੰ ਮਿਲਣ ਦਾ ਹਿੱਤ ਧਾਰਨ ਕਰਦੇ ਐ। ਮਨ ਵਿੱਚ ਚਾਹੋ ਹੈ ਵੀ ਸੰਗਤ ਵਿੱਚ ਜਾਈਏ। ਆਖੋ ਵਾਹਿਗੁਰੂ ਵਾਹਿਗੁਰੂ। ਸੰਗਤ ਜੀ ਤੁਹਾਡੇ ਤੇ ਕੁਰਬਾਨ ਜਾਣ ਦਾ ਜੀ ਕਰਦਾ ਹੈ ਜੀ। ਕਿਉਂ? ਤੁਹਾਨੂੰ ਪਤਾ ਸਮਾਂ ਕਿਹੋ ਜਿਹਾ। ਹਾਂਜੀ, ਫਿਰ ਵੀ ਜਿਹੜੇ ਗੁਰੂ ਦੀ ਹਜ਼ੂਰੀ ਵਿੱਚ ਆਏ ਨੇ ਦੇਵਤਿਆਂ ਤੋਂ ਘੱਟ ਨਹੀਂ ਹੈਗੇ ਜੀ। ਮੇਰੇ ਵਰਗਾ ਆ ਜੇ ਵੱਡੀ ਗੱਲ ਨਹੀਂ, ਅਸੀਂ ਤੇ ਡਿਊਟੀਦਾਰ ਬੰਦੇ ਹੈਗੇ ਆ ਜੀ। ਹਾਂਜੀ, ਤੁਸੀਂ ਆਏ ਹੋ ਗੁਰੂ ਦੇ ਪਿਆਰ 'ਚ ਆਏ ਹੋ। ਭਾਈ ਧਨਵੰਤ ਸਿੰਘ ਜੀ ਨੇ ਕਿਹੜੀ ਤਨਖਾਹ ਲੈਣੀ ਜੀ। ਹਾਂਜੀ, ਗੁਰੂ ਦੇ ਪਿਆਰ 'ਚ ਅਸੀਂ ਫੋਨ ਕੀਤਾ ਜਦੋਂ 5 ਮਿੰਟ ਰਹਿ ਗਏ ਵੀ ਅੱਜ 7 ਵਜੇ ਕਥਾ ਕਰਨੀ, ਉਸੇ ਵੇਲੇ ਹੀ ਕਹਿਣ ਲੱਗੇ ਮੈਂ ਆਇਆ ਜੀ। ਕਹਿਣ ਲੱਗੇ ਬਸ। ਮਹਾਰਾਜ ਗਰੀਬ ਨਵਾਜ ਕਹਿੰਦੇ ਸਤ ਸੰਗਤ ਨੂੰ ਮਿਲਣ ਦਾ ਹਿੱਤ ਧਾਰੇ, ਇਸ ਕੰਮ 'ਚ ਲਾਭ ਸਮਝੇ। ਸੰਗਤ ਵਿੱਚ ਜਾਣ 'ਚ ਲਾਭ ਹੋਏਗਾ ਮੇਰਾ। ਕਈ ਡਰਦਿਆਂ ਨਹੀਂ ਸੰਗਤ 'ਚ ਆਉਂਦੇ ਜੀ। ਹਾਂਜੀ, ਜਥਾ ਸ਼ਕਤ ਨਿਤ ਦੇਤੇ ਦਾਨ। ਇਸ਼ਨਾਨ ਵੀ ਹੋ ਗਿਆ ਤੇ ਨਾਮ ਵੀ ਹੋ ਗਿਆ ਜੀ। ਸਨਮੁਖ ਕੌਣ ਹੈ? ਜਿਹਦੇ ਕੋਲ ਨਾਮ ਹੈ, ਦਾਨ ਹੈ ਤੇ ਇਸ਼ਨਾਨ ਹੈ। ਅੰਮ੍ਰਿਤ ਵੇਲੇ ਇਸ਼ਨਾਨ ਕੋਲ ਨਹੀਂ ਹੈ, ਗੁਰੂ ਦੇ ਸਨਮੁਖ ਨਹੀਂ ਹੈਗਾ ਜੀ। ਮਹਾਰਾਜ ਕਹਿਣ ਲੱਗੇ ਸਾਰੀ ਦਿਹਾੜੀ ਬਾਣੀ 'ਚ ਰੰਗਿਆ ਰਵੇ, ਨਾਮ 'ਚ ਰੰਗਿਆ ਰਵੇ। ਫਿਰ ਜਥਾ ਸ਼ਕਤ। ਜਥਾ ਸ਼ਕਤ ਕਹਿੰਦੇ ਪਹੁੰਚ ਅਨੁਸਾਰ, ਜਿੰਨੀ ਕੁ ਪਹੁੰਚ ਹੈ ਦਾਨ ਵੀ ਕਰੇ। ਮਹਾਰਾਜ ਕਹਿੰਦੇ ਨਗਨ ਸ਼ੁੱਧਤ ਕੋ ਦੇਖ ਸੁਜਾਨ। ਨਗਨ ਵੇਖੇ, ਭੁੱਖਾ ਵੇਖੇ, ਉਹਦੇ ਮਨ 'ਚ ਉਸੇ ਵੇਲੇ ਹੀ ਦਇਆ ਆ ਜਾਏ ਜੀ। ਹਾਂਜੀ, ਜਿਨ ਜਗ ਮੈਂ ਇਮਕਾਜ ਬਨਾਇਓ। ਲਗ ਬਿਸ਼ਯਨ ਲਹਿ ਜਨਮ ਗਵਾਇਓ। ਮਹਾਰਾਜ ਕਹਿਣ ਲੱਗੇ ਜਿਹੜਾ 3 ਕੰਮ ਕਰ ਲੇ, ਪਰਹੇਜ ਕੀ ਰੱਖੇ, ਨਾਮ ਵੀ ਜਪਦਾ, ਦਾਨ ਵੀ ਕਰਦਾ, ਵਿਸ਼ੇ ਵਿਕਾਰ ਹੀ ਭੋਗੀ ਜਾਂਦਾ, ਇਹ ਗੱਲ ਨਹੀਂ ਬਣੇਗੀ। ਵਿਸ਼ੇ ਵਿਕਾਰਾਂ ਤੋਂ ਵੀ ਬਚੇ। ਮਹਾਰਾਜ ਕਹਿੰਦੇ ਵਿਸ਼ੇ ਵਿਕਾਰਾਂ ਤੋਂ ਬਚ ਕੇ ਜਿਨੇ ਜਨਮ ਸਵਾਰਿਆ ਹੈ, ਵਾਹਿਗੁਰੂ ਕੇ ਸਨਮੁਖ ਸੋਏ। ਬਸ ਫਿਰ ਉਹ ਵਾਹਿਗੁਰੂ ਦੇ ਸਨਮੁਖ ਹੈ। ਆਖੋ ਵਾਹਿਗੁਰੂ। ਸੌਖਾ ਹੀ ਕੰਮ ਹੈਗਾ ਜੀ। ਹਾਂਜੀ, ਭਾਈ ਸਮੁੰਦੇ ਨੂੰ ਬਹੁਤ ਸੌਖਾ ਬਚ। ਮਹਾਰਾਜ ਸਨਮੁਖ ਕੌਣ ਹੈ? ਮਹਾਰਾਜ ਕਹਿੰਦੇ ਨਾਮਦਾਨ ਇਸ਼ਨਾਨ। ਇੱਕ ਪੰਕਤੀ ਵੀ ਆਖੀ ਜੀ, ਗੁਰਮੁਖ ਦੇ ਵੀ ਲੱਛਣ, ਗੁਰਮੁਖ ਨਾਮਦਾਨ ਇਸ਼ਨਾਨ। ਹਾਂਜੀ, ਵਾਹਿਗੁਰੂ ਕੇ ਸਨਮੁਖ ਸੋਏ। ਇਹ 3 ਲੱਛਣ ਜਿਸ ਕੋਲ ਹਨ, ਹਜ਼ੂਰ ਮਹਾਰਾਜ ਕਹਿੰਦੇ ਪਿਆਰਿਓ ਉਹ ਮੇਰੇ ਵਾਹਿਗੁਰੂ ਦੇ ਸਨਮੁਖ ਹੈ। ਸਨਮੁਖ ਹਰਖ ਹੈ ਤਨ ਤਜ ਦਰਸ਼ਨ ਹੋਏ। ਵਾਹ ਜੀ ਵਾਹ। ਜਦੋਂ ਸਰੀਰ ਛੱਡੇਗਾ ਨਾ, ਉਹਨੂੰ ਦੁਖੀ ਨਹੀਂ ਹੋਣਾ ਪਏਗਾ। ਸਰੀਰ ਛੱਡੇਗਾ, ਖੁਸ਼ ਹੋਏਗਾ। ਕਿਉਂ? ਸਰੀਰ ਛੱਡਣ ਤੋਂ ਬਾਅਦ ਸ੍ਰੀ ਪਰਮੇਸ਼ਰ ਵਿੱਚ ਲੀਨ ਹੋ ਜਾਏਗਾ, ਵਾਹਿਗੁਰੂ ਜੀ ਦੇ ਵਿੱਚ ਲੀਨ ਹੋ ਜਾਏਗਾ। ਬੰਦੇ ਵੇਖੇ ਸੰਗਤ ਜੀ ਜਿਨ੍ਹਾਂ ਨਾਮ ਨਹੀਂ ਜਪਿਆ, ਅੰਤਮ ਸਮੇਂ ਰੋਂਦੇ ਭੁੱਬਾਂ ਮਾਰ ਮਾਰ ਕੇ, ਲਾਭ ਨਹੀਂ ਲਿਆ ਕੋਈ। ਕਾਜ ਸੁਧਾਰ ਜਾਏ ਪ੍ਰਭ ਮਿਲੇ। ਆਪਣੀ ਜ਼ਿੰਦਗੀ ਦਾ ਕੰਮ ਸੁਧਾਰ ਲੈਂਦਾ। ਜਿਸ ਕੰਮ ਵਾਸਤੇ ਵਾਹਿਗੁਰੂ ਨੇ ਭੇਜਿਆ ਸੀ, ਮਹਾਰਾਜ ਕਹਿਣ ਲੱਗੇ ਉਹ ਗੱਲ ਜਿੱਥੋਂ ਸ਼ੁਰੂ ਕੀਤੀ ਉੱਥੇ ਆ ਗਈ ਨਾ ਜੀ। ਸ਼ਾਹੂਕਾਰ ਹੈ, ਉਹਨੇ ਬੰਦਾ ਭੇਜਿਆ ਕਿਸੇ ਕੰਮ ਵਾਸਤੇ, ਉਹ ਕੰਮ ਸਵਾਰ ਕੇ ਵਾਪਸ ਸ਼ਾਹੂਕਾਰ ਨੂੰ ਮਿਲੇ, ਉਹ ਸਨਮੁਖ ਹੈ। ਜ਼ਿੰਦਗੀ ਵਾਹਿਗੁਰੂ ਨੇ ਬਖਸ਼ੀ, ਜ਼ਿੰਦਗੀ ਸੁਧਾਰ ਕੇ, ਸਬਰੀ ਹੋਈ ਜ਼ਿੰਦਗੀ ਜੀ ਕੇ
ਮਰ ਕੇ ਜਦੋਂ ਬੰਦਾ ਪਰਮੇਸ਼ਰ ਦੇ ਕੋਲ ਜਾਵੇ, ਲਹਿ ਆਨੰਦ ਮੁਕਤ ਸੇ ਭਏ। ਉਹ ਆਨੰਦ ਨੂੰ ਪ੍ਰਾਪਤ ਹੋਵੇਗਾ ਤੇ ਮੁਕਤ ਹੋ ਜਾਏਗਾ। ਮਹਾਰਾਜ ਕਹਿੰਦੇ ਉਹ ਕੀ ਹੋਏਗਾ? ਉਹ ਸਨਮੁਖ ਹੋਏਗਾ। ਹਾਂਜੀ, ਜਿਨਹੁ ਨਾ ਜਗ ਮੈਂ ਕਾਜ ਸੁਧਾਰਾ। ਇਹ ਹੈ ਗੁਰਮੁਖਾਂ ਦੇ ਲੱਛਣ। ਮਹਾਰਾਜ ਬਾਣੀ ਚ ਕਹਿੰਦੇ ਆ, ਸਾਰੇ ਪੜ੍ਹ ਲਓ। ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਨਾਮ ਦਾਨ ਇਸ਼ਨਾਨ। ਬਾਣੀ ਦੀ ਪੰਕਤੀ ਹੈ, ਬਾਣੀ ਦੀ। ਗੁਰਮੁਖ ਕੋ ਇਹ ਕੰਮ ਹੁੰਦਾ ਜੀ, ਜਿਹਦੇ ਕੋ ਨਹੀਂ ਹੈਗਾ ਗੁਰਮੁਖ ਮੇਰੇ ਵਰਗਾ ਤਾਂ ਨਹੀਂ ਖਵਾ ਸਕਦਾ ਜੀ। ਗੁਰਮੁਖ ਨਾਮ ਦਾਨ ਇਸ਼ਨਾਨ, 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 ਗੁਰਮੁਖ ਨਾਮ ਦਾਨ ਇਸ਼ਨਾਨ। ਮੈਂ ਇਹਦੇ ਤੇ ਤਾਂ ਜ਼ੋਰ ਦੇ ਰਿਹਾ ਕਿਉਂਕਿ ਬੇਮੁਖ ਦੇ ਤੇ ਲੱਛਣ ਸੁਣਨਾ ਹੀ ਹੈ, ਤੇ ਬੇਮੁਖ ਦੀ ਗੱਲ ਨੂੰ ਕਿਹੜਾ ਧਾਰਨ ਕਰਨਾ ਹੈ ਜੀ? ਧਾਰਨ ਤੇ ਗੁਰਮੁਖ ਦੀ ਗੱਲ ਨੂੰ ਕਰਨਾ ਹੈ। ਆਪਣੀ ਜ਼ਿੰਦਗੀ 'ਚ ਗੁਰਮੁਖ ਬਣੀਏ, ਪਰਮੇਸ਼ਰ ਦੇ ਸਨਮੁਖ ਰਵਾਂਗੇ ਜੀ। ਹਾਂਜੀ, ਹੁਣ ਇਹ ਜ਼ੋਰ ਨਾਲ ਨਹੀਂ ਹੋਣਾ ਜੀ, ਇਹ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਕੇ ਹੋਣਾ ਹੈ ਜੀ। ਅਰਦਾਸ ਕਰਕੇ ਹੋਣਾ। ਅੰਮ੍ਰਿਤ ਵੇਲੇ ਦੇ ਇਸ਼ਨਾਨ ਤੋਂ ਹੀ ਗੁਰਮੁਖ ਦਾ ਕੰਮ ਸ਼ੁਰੂ ਹੋ ਜਾਂਦਾ। ਮਹਾਰਾਜ ਅੱਗੇ ਅਰਦਾਸ ਕਰੋ, ਸੱਚੇ ਪਾਤਸ਼ਾਹ ਸਾਨੂੰ ਅੰਮ੍ਰਿਤ ਵੇਲੇ ਦਾ ਇਸ਼ਨਾਨ ਬਖਸ਼ੋ ਮਹਾਰਾਜ। ਮਹਾਰਾਜ ਸਾਡੇ ਤੇ ਮਿਹਰ ਕਰੋ, ਕਿਰਪਾ ਕਰੋ। ਜਿੱਥੇ ਅੰਮ੍ਰਿਤ ਵੇਲੇ ਦਾ ਇਸ਼ਨਾਨ ਬਖਸ਼ਣਾ, ਉੱਥੇ ਸਾਨੂੰ ਨਾਮ ਵੀ ਬਖਸ਼ੋ ਮਹਾਰਾਜ। ਤੇ ਜਿੱਥੇ ਸਾਨੂੰ ਨਾਮ ਬਖਸ਼ਿਸ਼ ਕਰਨਾ, ਉੱਥੇ ਸੱਚੇ ਪਾਤਸ਼ਾਹ ਗਰੀਬ ਨਵਾਜ ਸਾਡੇ ਤੇ ਮਿਹਰ ਕਰੋ ਤੇ ਸਾਨੂੰ ਦਾਨ ਕਰਨ ਦੀ ਵੀ ਦਾਤ ਬਖਸ਼ੋ। ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਨਾਮ ਦਾਨ ਇਸ਼ਨਾਨ। ਸ਼ਬਦ ਵਿੱਚ ਮਹਾਰਾਜ ਕਹਿੰਦੇ ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਲਾਗੈ ਸਹਿਜ ਧਿਆਨ। ਜਿਹੜਾ ਇਹ ਤਿੰਨ ਕੰਮ ਕਰਦਾ ਨਾ ਜੀ, ਉਹਦਾ ਸਹਿਜ ਹੀ ਵਾਹਿਗੁਰੂ ਨਾਲ ਧਿਆਨ ਲੱਗਣ ਲੱਗ ਪੈਂਦਾ, ਜ਼ੋਰ ਲਾਉਣ ਦੀ ਲੋੜ ਨਹੀਂ ਹੁੰਦੀ ਜੀ। ਗੁਰਮੁਖ ਪਾਵੈ ਦਰਗਹਿ ਮਾਨ, ਗੁਰਮੁਖ ਭਉ ਭੰਜਨ ਪ੍ਰਧਾਨ। ਐਸਾ ਗੁਰਮੁਖ ਦਰਗਾਹ ਵਿੱਚ ਜਾ ਕੇ ਮਾਣ ਪਾਉਂਦਾ। ਤੁਸੀਂ ਹੁਣੇ ਹੀ ਗੱਲ ਸੁਣੀ ਹੈ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਮੁੰਦੇ ਜਦੋਂ ਜੀਵਨ ਸਵਾਰ ਲੈਂਦਾ, ਵਾਹਿਗੁਰੂ ਦੇ ਦਰਸ਼ਨ ਹੋ ਜਾਂਦੇ। ਕਹਿਣ ਲੱਗੇ ਗੁਰਮੁਖ ਪਾਵੈ ਦਰਗਹਿ ਮਾਨ। ਤੇ ਗੁਰਮੁਖ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ, ਬਾਣੀ ਵਿੱਚ, ਜਪਜੀ ਸਾਹਿਬ ਚ ਪੰਚ ਆਖਿਆ, ਪੰਚੇ ਪਾਵਹਿ ਦਰਗਹਿ ਮਾਨ। ਹਾਂਜੀ, ਜਿਨਹੁ ਨਾ ਜਗ ਮੈਂ ਕਾਜ ਸੁਧਾਰਾ। ਮਹਾਰਾਜ ਕਹਿਣ ਲੱਗੇ ਫਿਰ ਜਿਨ੍ਹਾਂ ਨੇ ਆਹ ਕੰਮ ਨਹੀਂ ਕੀਤਾ, ਇਹ ਕੰਮ ਸੁਧਾਰਿਆ ਹੀ ਨਹੀਂ ਜਿਸ ਕੰਮ ਲਈ ਵਾਹਿਗੁਰੂ ਨੇ ਭੇਜਿਆ, ਸੋ ਬੇਮੁਖ ਨਿਤ ਰਹਿ ਦੁਖਾਰਾ। ਮਹਾਰਾਜ ਕਹਿੰਦੇ ਫਿਰ ਉਹਨਾਂ ਨੂੰ ਬੇਮੁਖ ਕਹਿੰਦੇ। ਬੇਮੁਖ, ਬੇਮੁਖ ਕਹਿੰਦੇ। ਤੇ ਹੋਰ ਗੱਲ ਸੁਣ ਲਓ, ਪਹਿਲਾਂ ਤੇ ਸੁੱਤੇ ਰਹੇ ਮਸਤ ਹੋ ਕੇ, ਨਾ ਇਸ਼ਨਾਨ ਨਾ ਨਾਮ ਤੇ ਨਾ ਦਾਨ, ਫਿਰ ਦੁਖੀ ਹੁੰਦੇ। ਕਹਿਣ ਲੱਗੇ ਹਾਂਜੀ, ਸੁਨਤ ਸਮੁੰਦੇ ਜੁਗ ਕਰ ਜੋਰੇ। ਹੁਣ ਆਪਾਂ ਕੀ ਸਾਰਿਆਂ ਨੇ ਕਰਨਾ, ਇਸ ਗੱਲ ਵੱਲ ਧਿਆਨ ਦਈਏ।
ਭਾਈ ਸਮੁੰਦੇ ਨੇ ਸੁਣ ਕੇ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਦੋਵੇਂ ਹੱਥ ਜੋੜ ਲਏ। ਆਪਾਂ ਵੀ ਜੋੜੀਏ, ਵਾਹਿਗੁਰੂ ਵਾਹਿਗੁਰੂ। ਹਾਂਜੀ। ਕਰੋ ਦਇਆ ਸ੍ਰੀ ਗੁਰੂ ਨਿਹੋਰੇ। ਕਿ ਮਹਾਰਾਜ ਵੱਲ ਬੇਨਤੀ ਕਰਕੇ ਕਹਿੰਦੇ ਮਹਾਰਾਜ ਫਿਰ ਹੁਣ ਮਿਹਰ ਕਰ ਦਿਓ, ਦਇਆ ਵੀ ਕਰ ਦਿਓ ਸੱਚੇ ਪਾਤਸ਼ਾਹ। ਹਾਂਜੀ। ਮੁਝ ਕੋ ਸਨਮੁਖ ਆਪ ਬਨਾਵੋ। ਮਹਾਰਾਜ ਮੈਂ ਨਹੀਂ ਸਨਮੁਖ ਬਣ ਸਕਦਾ, ਤੁਸੀਂ ਮੇਰੇ ਤੇ ਕਿਰਪਾ ਕਰੋ ਤੇ ਮੈਨੂੰ ਸਨਮੁਖ ਬਣਾ ਦਿਓ। ਬੰਦਾ ਕਿੱਥੋਂ ਅੰਮ੍ਰਿਤ ਵੇਲੇ ਉੱਠ ਸਕਦਾ ਹੈ ਜੀ? ਅੰਮ੍ਰਿਤ ਵੇਲੇ ਜੁੱਲਾ ਹੀ ਕਲਯੁਗ ਇਹੋ ਜਿਹਾ ਪਾ ਦਿੰਦਾ ਹੈ, ਮਾੜਾ ਬੰਦਾ ਉੱਠ ਹੀ ਨਹੀਂ ਸਕਦਾ ਜੀ। ਹਾਂਜੀ। ਦੇਹੋ ਤੀਨੋਂ ਗੁਣ ਕੋ ਬਖਸ਼ਾਵੋ। ਮਹਾਰਾਜ ਤਿੰਨੇ ਗੋਣੀ ਬਖਸ਼ਿਸ਼ ਕਰ ਦਿਓ, ਪਾ ਦਿਓ ਝੋਲੀ 'ਚ ਰਹਿਮਤਾਂ ਕਰ ਦਿਓ, ਨਾਮ ਦਾਨ ਇਸ਼ਨਾਨ ਬਖਸ਼ਿਸ਼ ਕਰ ਦਿਓ ਸੱਚੇ ਪਾਤਸ਼ਾਹ। ਹਾਂਜੀ। ਗੁਰ ਕਹੈ ਸਨਮੁਖ ਸਿੱਖ ਹੋਏ ਜਬੈ। ਹਾਂਜੀ। ਹੋਏ ਆਵਹਿ ਗੁਰ ਕਰੁਣਾ ਤਬੈ। ਗੱਜ ਕੇ ਆਖੋ। ਮਹਾਰਾਜ ਕਹਿਣ ਲੱਗੇ ਸਮੁੰਦੇ ਮਿਹਨਤ ਕਰ, ਕਹਿਣ ਲੱਗੇ ਜਦ ਸਿੱਖ ਗੁਰੂ ਸਾਹਿਬ ਦੇ ਸਨਮੁਖ ਹੁੰਦਾ ਨਾ, ਇਹ ਕੰਮ ਕਰਨ ਲੱਗ ਪੈਂਦਾ, ਉਹਦੇ ਤੇ ਸਾਡੀ ਮਿਹਰ ਹੁੰਦੀ ਹੁੰਦੀ, ਕਹਿਣ ਲੱਗੇ। ਹਾਂਜੀ। ਨਾਮ ਜਪੇ, ਥੋੜਾ ਜਪ ਲੈ, ਮਿਹਰ ਹੋਏਗੀ, ਜ਼ਿਆਦਾ ਜਪਣ ਲੱਗ ਪਏਗਾ ਜੀ। ਜਿਹੜਾ ਇਹ ਤਿੰਨ ਕੰਮ ਕਰਨ ਲੱਗ ਪੈਂਦਾ ਹੈ ਨਾ, ਉਹਦੇ ਤੇ ਸਾਡੀ ਕਿਰਪਾ ਹੁੰਦੀ ਹੁੰਦੀ, ਮਹਾਰਾਜ ਕਹਿਣ ਲੱਗੇ। ਹਾਂਜੀ। ਤਬ ਹੈ ਸਮੁੰਦੇ ਗੁਰ ਬਚ ਮਾਨਾ। ਬਸ ਫਿਰ ਭਾਈ ਸਮੁੰਦੇ ਨੇ ਬਚਨ ਮੰਨ ਲਿਆ ਜੀ। ਕਈ ਨਾ ਗੁਰਮੁਖਾਂ ਦੇ ਅੱਗੇ ਖਹਿੜੇ ਹੀ ਪੈ ਜਾਂਦੇ ਜੀ, ਬਖਸ਼ੀ ਦਿਓ ਜੀ ਸਾਨੂੰ ਨਾਮ ਦੀ ਦਾਤ। ਖਹਿੜੇ ਨਹੀਂ ਪੈਣਾ, ਬਚਨ ਮੰਨਣਾ ਹੈ। ਭਾਈ ਸਮੁੰਦਾ ਜੀ ਨੇ ਬਚਨ ਮੰਨਿਆ, ਤਿਮ ਹੀ ਕਰਨ ਲਗਿਓ ਸ਼ੁਭ ਜਾਨਾ। ਬਸ ਉਸੇ ਤਰ੍ਹਾਂ ਹੀ ਭਾਈ ਸਮੁੰਦਾ ਜੀ ਕਰਨ ਲੱਗ ਪਏ ਜੀ, ਧਿਆਨ ਜੋੜ ਲਿਆ ਉਸੇ ਤਰ੍ਹਾਂ। ਹਾਂਜੀ। ਕੇਤਿਕ ਦਿਨ ਮਹਿ ਪ੍ਰਾਪਤ ਗਿਆਨਾ। ਬਸ ਫਿਰ ਇਹ ਕੰਮ ਕਰਦਿਆਂ ਨੂੰ ਕੁਝ ਦਿਨ ਹੀ ਹੋਏ ਜੀ, ਗਿਆਨ ਦੀ ਅਵਸਥਾ ਦੀ ਪ੍ਰਾਪਤੀ ਹੋ ਗਈ ਜੀ। ਪਹਿਲੇ ਸੰਤ ਮਹਾਤਮਾਵਾਂ ਨੇ ਨਾ ਇੱਕ ਸੌਖਾ ਹੀ ਕੰਮ ਰੱਖਿਆ ਹੁੰਦਾ ਸੀ, ਕਿਸੇ ਨੇ ਉਹਨਾਂ ਕਹਿਣਾ 40 ਦਿਨ ਇਹ ਕੰਮ ਕਰ ਜੀ। ਹੁਣ ਜਿਹਨੂੰ ਨਹੀਂ ਸਮਝ, ਉਹ ਤੇ ਸੰਗਤ ਜੀ ਇਸ ਗੱਲ ਦਾ ਖੰਡਨ ਕਰ ਦਿੰਦਾ ਜੀ। ਪਰ 40 ਦਿਨ, ਸਵਾ ਮਹੀਨਾ ਕੰਮ ਕਰਦਿਆਂ ਕਰਦਿਆਂ ਉਹਨੂੰ ਆਦਤ ਪੈ ਜਾਂਦੀ ਸੀਗੀ ਜੀ। ਹਾਂਜੀ। ਉਹ ਆਦਤ ਪੈ ਜਾਂਦੀ ਸੀਗੀ, ਮਾਨੋ ਇੱਕ ਪ੍ਰੈਕਟਿਸ ਸੀਗੀ ਜੀ, ਵੀ 40 ਦਿਨ ਇਹ ਕੰਮ ਦੀ ਪ੍ਰੈਕਟਿਸ ਕਰ। ਹਾਂਜੀ। ਕੁਝ ਦਿਨ ਭਾਈ ਸਮੁੰਦਾ ਜੀ ਨੇ ਇਸ ਤਰ੍ਹਾਂ ਕੀਤਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ, ਨਾਮ 'ਚ ਧਿਆਨ ਲਾਉਣ ਲੱਗ ਪਏ, ਕੰਮ ਕਾਰ ਕਰਦਿਆਂ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਏ, ਦਾਨ ਦੇਣ ਲੱਗ ਪਏ ਜੀ, ਕਿਸੇ ਨੂੰ ਮਾੜਾ ਨਹੀਂ ਬੋਲਿਆ ਜੀ। ਹਾਂਜੀ। ਕੇਤਿਕ ਦਿਨ ਮੈਂ ਪ੍ਰਾਪਤ ਗਿਆਨਾ। ਬਸ ਕੁਝ ਦਿਨਾਂ ਵਿੱਚ ਹੀ ਉਹਨਾਂ ਨੂੰ ਗਿਆਨ ਦੀ ਅਵਸਥਾ ਦੀ ਪ੍ਰਾਪਤੀ ਹੋ ਗਈ। ਸੁਨਹਿ ਸਦਾ ਜਿਮ ਗੁਰੂ ਬਖਾਨਾ। ਤੇ ਬਸ ਵੇ ਸੁਨਹਿ ਸਦਾ ਜਿਮ ਗੁਰੂ ਬਖਾਨਾ। ਜਿਹੜੀ ਮਹਾਰਾਜ ਨੇ ਬਾਣੀ ਉਚਾਰੀ ਹੈ, ਭਾਈ ਸਾਹਿਬ ਫਿਰ ਸਦਾ ਇਹੋ ਹੀ ਸੁਣਦੇ ਰਹੇ ਜੀ। ਮੈਂ ਉਸ ਦਿਨ ਅੱਗੇ ਵੀ ਬੇਨਤੀ ਕੀਤੀ ਸੀ, ਸਮਾਂ ਹੋ ਗਿਆ, 2 ਮਿੰਟਾਂ 'ਚ ਕਹਿ ਕੇ ਖਿਮਾ ਮੰਗ ਲਵਾਂਗਾ, ਕਿਉਂਕਿ ਬਹੁਤਾ ਸਮਾਂ ਜਿਹੜਾ ਉਹ ਆਪਾਂ ਨੂੰ 50 ਮਿੰਟ ਦਾ ਮਿਲਿਆ। ਹੁਣ ਧਿਆਨ ਨਾਲ ਸੁਣਿਓ। ਮੈਂ ਉਸ ਦਿਨ ਬੇਨਤੀ ਕੀਤੀ ਸੀ, ਗਿਰਜਾ ਖਾਂ ਪਠਾਨ ਇੱਕ ਇਸਤਰੀ ਦੇ ਮਗਰ ਲੱਗਾ ਸੀ, ਉਹਨੂੰ ਉਹ ਇਸਤਰੀ ਚਾਹੀਦੀ ਸੀ। ਦਿਨ ਰਾਤ ਉਸ ਇਸਤਰੀ ਬਾਰੇ ਸੋਚਦਾ ਸੀ। 4 ਇਸਤਰੀਆਂ ਉਹਦੀਆਂ ਪਹਿਲਾਂ ਵੀ ਸਨ ਜੀ। ਬਸ ਉਹ ਵਾਸ਼ਨਾ ਭੋਗਣ ਦਾ ਖਿਆਲ ਆ ਗਿਆ ਜੀ। ਪਠਾਨ ਸੀਗਾ, ਬਿਮਾਰ ਹੋ ਗਿਆ ਜੀ, ਇਸਤਰੀ ਉਹਦੇ ਹੱਥ ਨਾ ਆਈ ਜੀ। ਉਹਨੇ ਕੀ ਕੀਤਾ, ਉਹਨੇ ਆਪਣੇ ਨੌਕਰ ਨੂੰ ਪੁੱਛਿਆ, ਉਹਦਾ ਨੌਕਰ ਸਿੱਖ ਸੀ, ਵੀ ਕੋਈ ਹੈ ਤੁਹਾਡੇ ਧਰਮ 'ਚ ਕੋਈ, ਮੈਂ ਆਪਣੇ ਪੀਰ ਬੜੇ ਮਨਾਏ। ਉਹ ਕਹਿੰਦਾ ਹੈਗੇ ਆ, ਬਾਬਾ ਕਰਮ ਸਿੰਘ ਹਨ ਹੋਤੀ ਮਰਦਾਨ ਵਾਲੇ। ਹੋਤੀ ਮਰਦਾਨ ਇਲਾਕੇ ਦਾ ਨਾਂ ਸੀਗਾ ਜੀ। ਉਸੇ ਇਲਾਕੇ 'ਚ ਪਠਾਨ ਰਹਿੰਦਾ ਸੀ। ਕਦੋਂ ਮਿਲਣਗੇ? ਕਹਿੰਦਾ 10 ਵਜੇ ਰਾਤ ਨੂੰ ਦਰਿਆ ਤੇ ਨਾਮ ਜਪਣ ਜਾਂਦੇ ਆ, ਸਾਰੀ ਰਾਤ ਜਪਦੇ ਆ। ਚਲੇ ਗਿਆ ਉਹ। ਸੇਵਾਦਾਰ ਕਹਿੰਦਾ ਬਾਬਾ ਜੀ ਡਾਕਾ ਆ ਗਿਆ। ਤੇ ਉਹ ਡਾਕਾ ਮਹਾਂਪੁਰਖ ਕਹਿੰਦੇ ਕੋਈ ਨਹੀਂ ਆ ਗਿਆ ਤੇ ਆਉਣ ਦੇ। ਜਦੋਂ ਉਹ ਗਿਆ, ਉਹ ਹੱਥ ਜੋੜ ਕੇ ਕਹਿੰਦਾ ਮੇਰਾ ਇਸ ਇਸਤਰੀ ਤੇ ਮਨ ਆਇਆ, ਇਹ ਇਸਤਰੀ ਹਰ ਹਾਲਤ 'ਚ ਚਾਹੀਦੀ ਹੈ, ਕੋਈ ਉਪਾਅ ਹੈਗਾ? ਕਹਿੰਦੇ ਸੁਣ,
40 ਦਿਨ ਉਪਾਅ ਕਰ। ਜਿਹੜੀ ਪ੍ਰੈਕਟਿਸ ਦੀ ਗੱਲ ਕੀਤੀ ਨਾ, ਕੁਝ ਦਿਨ ਭਾਈ ਸਮੁੰਦੇ ਨੇ ਮਹਾਰਾਜ ਦਾ ਬਚਨ ਮੰਨਿਆ, ਉਹ ਬ੍ਰਹਮ ਗਿਆਨ ਦੀ ਅਵਸਥਾ 'ਚ ਪਹੁੰਚ ਗਏ ਜੀ। ਕਹਿੰਦੇ 40 ਦਿਨ ਇਹ ਉਪਾਅ ਕਰਨਾ। ਕਹਿੰਦਾ ਕੀ? ਕਹਿੰਦੇ ਪਹਿਲੀ ਗੱਲ, 40 ਦਿਨ ਕਿਸੇ ਨੂੰ ਬੁਰਾ ਨਹੀਂ ਬੋਲਣਾ। ਦੂਜੀ ਗੱਲ, ਅੰਮ੍ਰਿਤ ਵੇਲੇ ਤੜਕੇ 3 ਵਜੇ ਮਸੀਤ 'ਚ ਜਾਣਾ। ਜੋ ਤੇਰੇ ਧਰਮ ਦਾ ਜਾਪ ਹੈ ਬੋਲ ਕੇ ਕਰਨਾ ਹੈ। ਕਹਿੰਦਾ ਠੀਕ ਹੈ, ਇਹ ਕੰਮ ਹੋ ਜਾਏਗਾ? ਕਹਿੰਦੇ ਹਾਂ। ਕਹਿੰਦੇ ਮੀਟ ਨਹੀਂ ਖਾਣਾ, ਸ਼ਰਾਬ ਨਹੀਂ ਪੀਣੀ, ਸਾਰੀ ਦਿਹਾੜੀ ਵੱਖਰਾ ਬੈਠਾ ਰਹੀਂ, ਤੇਰਾ ਕੰਮ ਸਬਰ ਜਾਏਗਾ। ਉਹਨੂੰ ਇਸਤਰੀ ਚਾਹੀਦੀ ਸੀ, ਬਸ ਉਹ ਤੜਕੇ ਉੱਠ ਕੇ ਪਹੁੰਚ ਗਿਆ ਜੀ ਉਸ ਮਸਜਿਦ 'ਚ। ਉੱਥੇ ਉਹਨੇ ਸ਼ੁਰੂ ਕੀਤਾ ਜੀ, ਅੱਲਾ 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 ਜਪਣ ਲੱਗਾ ਜੀ। ਜਿਹੜਾ ਪਠਾਨ ਕਦੀ ਈਦ ਤੇ ਵੀ ਨਹੀਂ ਸੀ ਗਿਆ, ਉਹ ਤੜਕੇ ਅੰਮ੍ਰਿਤ ਵੇਲੇ ਚਲੇ ਗਿਆ ਜੀ। ਮੌਲਵੀ ਸੋਚਦਾ ਕੋਈ ਰਾਹਗੀਰ ਹੋਏਗਾ, ਅਜੇ ਨਮਾਜ਼ ਦਾ ਸਮਾਂ ਨਹੀਂ, ਉਹਨੂੰ ਗਾਲਾਂ ਕੱਢਦਾ ਵੀ ਜਾ ਅਜੇ ਸੌਣ ਦੇ, ਤੜਕੇ ਹੀ ਆ ਗਿਆ। ਆਵਾਜ਼ ਬੰਦ ਨਾ ਹੋਈ। ਉਹ ਘਰ ਗਿਆ, ਕਮਰੇ 'ਚ ਬਹਿ ਗਿਆ, ਮਨ 'ਚ ਉਸ ਇਸਤਰੀ ਨੂੰ ਸੋਚਦਾ, ਪਰ ਚੇਤਾ ਆਉਂਦਾ ਕਿਸੇ ਨੂੰ ਮਾੜਾ ਬੋਲ ਨਹੀਂ ਬੋਲਣਾ। ਉਹ ਮਾੜਾ ਨਹੀਂ ਬੋਲਦਾ, ਮੀਟ ਸ਼ਰਾਬ ਕੁਝ ਨਹੀਂ ਖਾਂਦਾ। ਦੂਜੇ ਦਿਨ ਫਿਰ ਤੜਕੇ, ਜਦੋਂ ਉਹਨੇ ਦੂਜੇ ਦਿਨ ਤੜਕੇ ਜਾਣਾ ਕੀਤਾ, ਤੜਕੇ ਗਿਆ, ਮੌਲਵੀ ਸੋਚਦਾ ਹੈ ਵੀ ਕੌਣ ਹੈ, ਮੈਂ ਵੇਖਾਂ ਤੇ ਸਹੀ। ਉਹਨੇ ਵੇਖਿਆ ਉਹ ਖਾਨ ਪਠਾਨ ਹੈ ਜਿਹੜਾ ਕਦੀ ਈਦ ਤੇ ਨਹੀਂ ਸੀ ਆਇਆ, ਅੱਜ ਕਿਵੇਂ ਆ ਗਿਆ? ਚਲੋ ਡਰਦਾ ਸੀ। ਜਦੋਂ ਉਹ ਅੰਮ੍ਰਿਤ ਵੇਲੇ ਨਾਮ ਜਪ ਕੇ ਬਾਹਰ ਆਇਆ ਨਾ ਮਸੀਤ 'ਚੋਂ, 3 ਘੰਟੇ ਲਾਉਂਦਾ ਸੀ। ਉਹ ਕਹਿੰਦਾ ਪਠਾਨ ਸਾਹਿਬ ਮੈਨੂੰ ਮਾਫ ਕਰ ਦਿਓ, ਕੱਲ ਮੈਂ ਤੁਹਾਨੂੰ ਗਾਲਾਂ ਕੱਢੀਆਂ। ਕਹਿੰਦਾ ਜਿਹਨੇ ਤੁਹਾਨੂੰ ਗਾਲਾਂ ਕੱਢੀਆਂ ਉਹ ਮੈਂ ਹੀ ਸਾਂ। ਕਹਿੰਦਾ ਭਾਈ ਤੂੰ ਮੈਨੂੰ ਗਾਲਾਂ ਕੱਢੀਆਂ, ਮੈਨੂੰ ਤਾਂ ਸੁਣੀਆਂ ਹੀ ਨਹੀਂ। ਨਾਮ ਦਾ ਅਸਰ, ਆਸੇ ਪਾਸੇ ਲੋਕਾਂ ਨੂੰ ਪਤਾ ਲੱਗਣ ਲੱਗ ਪਿਆ। ਤੀਜਾ ਦਿਨ ਹੋਇਆ, ਜਦੋਂ ਉਹਨੇ ਅੰਮ੍ਰਿਤ ਵੇਲੇ ਨਾਮ ਜਪ ਕੇ ਬਾਹਰ ਆਉਣਾ ਸੀ, ਲੋਕਾਂ ਫੁੱਲਾਂ ਦੀ ਵਰਖਾ ਕੀਤੀ ਜੀ। 6ਵਾਂ ਦਿਨ ਹੋਇਆ, ਉਹਦੇ ਮਨ 'ਚ ਨਾਮ ਦਾ ਪ੍ਰਤਾਪ, ਬੁੱਧ ਬਦਲੀ ਸਿੱਧ ਭਾਈ। ਗੁਰੂ ਦੀ ਮੱਤ ਤੇ ਤੁਰਦਾ ਰਵੇ ਬੰਦਾ, ਬੁੱਧ ਬਦਲ ਜਾਏਗੀ, ਸਿੱਧੀ ਦੀ ਪ੍ਰਾਪਤੀ ਹੋਏਗੀ। ਉਹਨੂੰ ਸੰਗਤ ਜੀ, ਉਹਦੇ ਮਨ 'ਚ ਆਇਆ 4 ਵਹੁਟੀਆਂ ਮੇਰੀਆਂ ਅੱਗੇ ਨੇ, ਮੈਂ ਮਾਸ ਦੀ ਪੁਤਲੀ ਵਾਸਤੇ ਅੱਲਾ ਦਾ ਨਾਮ ਜਪ ਰਿਹਾ। ਅੱਲਾ ਕਿੰਨਾ ਵਧੀਆ ਹੈ, ਅੱਲਾ ਫਿਰ ਵੀ ਮੇਰਾ ਸਤਿਕਾਰ ਕਰਾ ਰਿਹਾ ਹੈ। ਬਸ ਉਹਨੇ ਕੀ ਕੀਤਾ, ਸਾਧ ਸੰਗਤ ਜੀ, ਉਹਨੇ ਲਾਤਾ ਮੋਰਚਾ, ਨਾਮ ਜਪਿਆ। 11ਵੇਂ ਦਿਨ ਮਹਾਂਪੁਰਖਾਂ ਦੇ ਕੋਲ ਚਲੇ ਗਿਆ, ਰੋਣ ਲੱਗ ਪਿਆ। ਕਹਿੰਦੇ ਕੰਮ ਨਹੀਂ ਬਣਿਆ, 40 ਦਿਨ ਹੋ ਗਏ ਆ ਵਾਹਿਗੁਰੂ, 40 ਦਿਨ ਹੋ ਗਏ ਆ। ਕਹਿੰਦਾ ਨਹੀਂ, ਅੱਜ 11 ਦਿਨ ਹੀ ਹੋਏ ਆ, ਮੈਨੂੰ ਸੋਝੀ ਆ ਗਈ ਮੈਂ ਗਲਤ ਸਾਂ। ਕਹਿੰਦਾ ਹੁਣ ਮੇਰੇ ਤੇ ਕਿਰਪਾ ਕਰੋ, 40 ਦਿਨ ਦੀ ਗੱਲ ਛੱਡ ਦਿਓ, ਇਹ ਕਿਰਪਾ ਕਰੋ ਸਾਰੀ ਉਮਰ ਹੀ ਮੈਂ ਅੱਲਾ ਦਾ ਨਾਮ ਜਪਾਂ ਜੀ। ਕਿੱਡੀ ਵੱਡੀ ਉਹਦੇ ਤੇ ਕਿਰਪਾ ਕਰਤੀ। ਨਾਮ ਦਾ ਕਿੰਨਾ ਵੱਡਾ ਫਰਕ ਹੈ। ਭਾਈ ਸਮੁੰਦਾ ਜੀ ਮਹਾਰਾਜ ਦਾ ਬਚਨ ਕਮਾਉਣ ਲੱਗ ਪਏ। ਬਚਨ ਕਮਾਉਂਦਿਆਂ ਕਮਾਉਂਦਿਆਂ ਸਾਧ ਸੰਗਤ ਜੀ ਉਹਨਾਂ ਦਾ ਭਲਾ ਹੋ ਗਿਆ ਜੀ। ਥੋੜੇ ਦਿਨਾਂ ਬਾਅਦ ਉਹ ਗਿਆਨ ਦੀ ਅਵਸਥਾ 'ਚ ਪਹੁੰਚ ਗਏ। ਸੋ ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਲਾਗੈ ਸਹਿਜ ਧਿਆਨ। ਆਓ ਪੰਕਤੀ ਪੜ੍ਹ ਲਓ, ਫਿਰ ਖਿਮਾ ਮੰਗੀਏ। ਸਾਰੀ ਸੰਗਤ ਗੱਜ ਕੇ ਕਹੋ, ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਨਾਮ ਦਾਨ ਇਸ਼ਨਾਨ। ਗੁਰਮੁਖ ਨਾਮ ਦਾਨ ਇਸ਼ਨਾਨ। ਗੱਜ ਕੇ ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਨਾਮ ਦਾਨ ਇਸ਼ਨਾਨ। ਇਸ਼ਨਾਨ
ਗੁਰਮੁਖ ਨਾਮ ਦਾਨ ਇਸ਼ਨਾਨ। ਜਿਹੜਾ ਕਰੇਗਾ ਕੀ? ਵਾਹਿਗੁਰੂ ਜਿਹੜਾ ਕਰੇਗਾ ਉਹਦੇ ਨਾਲ ਹੋਏਗਾ ਕੀ? ਗੁਰੂ ਅਮਰਦਾਸ ਸਾਹਿਬ ਦੱਸਦੇ, ਗੁਰਮੁਖ ਲਾਗੈ ਸਹਿਜ ਧਿਆਨ। ਗੁਰਮੁਖ ਲਾਗੈ ਸਹਿਜ ਧਿਆਨ। ਗੁਰਮੁਖ ਲਾਗੈ ਸਹਿਜ ਧਿਆਨ। ਗੁਰਮੁਖ ਲਾਗੈ ਸਹਿਜ ਧਿਆਨ। ਗੁਰਮੁਖ ਨਾਮ ਦਾਨ ਇਸ਼ਨਾਨ। ਗੁਰਮੁਖ ਨਾਮ ਦਾਨ ਇਸ਼ਨਾਨ। ਗੁਰਮੁਖ ਨਾਮ ਦਾਨ ਇਸ਼ਨਾਨ। ਗੁਰਮੁਖ ਨਾਮ ਦਾਨ ਇਸ਼ਨਾਨ। ਸੱਚੇ ਪਾਤਸ਼ਾਹ ਗਰੀਬ ਨਵਾਜ ਸਾਡੇ ਤੇ ਮਿਹਰਾਂ ਕਰਨ, ਕਿਰਪਾ ਕਰਨ। ਅਰਦਾਸ ਕਰੋ ਜਿਵੇਂ ਭਾਈ ਸਮੁੰਦਾ ਜੀ ਨੇ ਕੀਤੀ, ਮਹਾਰਾਜ ਫਿਰ ਤਰੁੱਠੇ ਹੋ, ਤਿੰਨੇ ਗੁਣ ਮੇਰੀ ਝੋਲੀ ਵਿੱਚ ਪਾ ਦਿਓ ਜੀ। ਮਹਾਰਾਜ ਨੇ ਮਿਹਰ ਕੀਤੀ, ਉਹਨਾਂ ਦੀ ਝੋਲੀ 'ਚ ਪੈ ਗਏ ਜੀ। ਸੋ ਸਮਾਂ ਹੋ ਗਿਆ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਾਰੀ ਸੰਗਤ ਨੂੰ ਬੇਨਤੀ ਹੈ, ਲੋਕਡਾਊਨ ਨੂੰ ਮੁੱਖ ਰੱਖਦਿਆਂ ਹੋਇਆਂ ਕਥਾ ਦਾ ਸਮਾਂ ਜਿਹੜਾ ਉਹ 7 ਵਜੇ ਤੋਂ ਸ਼ੁਰੂ ਹੋ ਜਾਇਆ ਕਰੇਗਾ। ਅੱਜ ਪਹਿਲਾ ਦਿਨ ਸੀਗਾ ਅਤੇ 10 ਵੀ ਥੋੜ੍ਹਾ ਜਿਹਾ ਲੇਟ ਸੀ, ਸੁਰਤ ਵਿੱਚੋਂ ਵਿਸਰ ਗਿਆ ਅਤੇ ਪਹਿਲੇ ਦਿਨ ਹੇਰ ਫੇਰ ਹੋ ਜਾਂਦੀ ਹੈ। ਬਾਕੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਸਮੇਂ ਅਨੁਸਾਰ ਆਪਾਂ ਆ ਕੇ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਬੈਠ ਕੇ ਕਥਾ ਕੀਰਤਨ ਸੁਣ ਕੇ ਲਾਹੇ ਪ੍ਰਾਪਤ ਕਰਨੇ ਹਨ। ਲਓ ਸਮਾਂ ਹੋ ਗਿਆ, 5 ਵਾਰ ਗੁਰਮੰਤਰ ਦਾ ਜਾਪ ਕਰ ਲੈਂਦੇ ਹਾਂ, ਕੋਈ ਰਸਨਾਬਾਜ਼ੀ ਨਾ ਰਹੇ, ਕਿਉਂਕਿ ਨਾਮ ਦੀ ਗੱਲ ਆਪ ਜੀ ਨੇ ਸਰਵਣ ਕੀਤੀ ਹੈ। 5 ਵਾਰ ਜਪ ਲੈਂਦੇ ਹਾਂ ਅਤੇ ਐਂ ਲੱਕ ਸਿੱਧੇ ਕਰੋ, ਸਾਵਧਾਨ ਹੋ ਕੇ, ਨੇਤਰ ਬੰਦ ਕਰਕੇ, ਪ੍ਰੇਮ ਨਾਲ ਗੱਜ ਕੇ ਸਾਰੀ ਸੰਗਤ ਨੇ ਉਚਾਰਨ ਕਰਨਾ, ਕੋਈ ਰਸਨਾਬਾਜ਼ੀ ਨਾ ਰਹੇ। ਵਾਹਿਗੁਰੂ ਗੱਜ ਕੇ ਵਾਹਿਗੁਰੂ 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 ਸਮੇਂ ਨੂੰ ਜ਼ਰੂਰ ਨੋਟ ਕਰ ਲਿਓ। ਕੈਮਰੇ ਵਾਲੇ ਵੀਰ ਨੂੰ ਵੀ ਬੇਨਤੀ ਹੈ, ਸਮੇਂ ਨੂੰ ਨੋਟ ਕਰਕੇ 7 ਵਜੇ ਕੱਲ੍ਹ ਤੋਂ ਕਥਾ ਆਰੰਭ ਹੋਵੇਗੀ। ਸਾਰੀਆਂ ਸੰਗਤਾਂ ਸਮੇਂ ਸਿਰ ਪਹੁੰਚਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।